ਅੱਜ ਮੈਂ ਕੁਰਾਨ ਦੀ ਪਹਿਲੀ ਸੂਰਾ ਫਾਤਿਹਾ ਦਾ ਦਰਸ ਕਰਨ ਜਾ ਰਿਹਾ ਔਰ ਜਿੰਨੀ ਮੈਨੂੰ ਅੱਲਾਹ ਤਾਲਾ ਨੇ ਸਮਝ ਦਿੱਤੀ ਹੈ ਮੈਂ ਕੋਸ਼ਿਸ਼ ਕਰੂੰਗਾ ਮੈਂ ਅੱਗੇ ਪੇਸ਼ ਕਰਾਂ। कुरान की पहली सूरत एक दुआ भी है और गुजारिश भी और अल्लाह ताला दी जो पढ़ाई भी बयान करने वाली एक सूरत है। पढ़ने जा रही أعوذ بالله من الشيطان الرجيم بسم الله الرحمن الرحيم الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين آمين बिस्मिल्लाहिर्रहमानिर्रहीम। शुरू कर दें उस अल्लाह दे नाम नाल जो बड़ा मेहरबान ते निहायत रहम करने वाला है। अल्हम्दुलिल्लाह रब्बिल आलमीन। तमाम तारीफ़ां उस रब दियां ने। रब एक अरबी लफ्ज़ है जिसका माना है पालन वाला, देन वाला, बख्शण वाला। जिस जी असीं पूजा करते हैं उसनूं रब कहंदे ने। ते इत्थे ओही रब नूं असीं कह रहे हैं कि सारियां तारीफ़ां उस रब दियां ने जो सारियां दुनियावां दा आलमां दा मालिक है। कुछ चरिंदा परिंदियां दा आलिम उन्हां दी अपनी दुनिया है। जो प्लैनेट्स ने सैयारे ने उपर आसमानां विच उन्हां दी अपनी दुनिया है। उन्हां दी एक अपनी रैल्म है और जो आपां हैं इंसान और दुनिया च जिन्नी भी दुनियावां ने ਉਹ सब दा मालिक इक्को रब है जिसकी इबादत पूरी दुनिया करती है। ते अगे आंदा है दूसरी जो इसकी आयत है अर्रहमान रहीम जो बड़ा मेहरबान ते निहायत रहम करने वाला है। इथे दो लफ्ज आए न अर्रहमान अर्रहीम। जो अर्रहमान है उसका मतलब है जो रहम करने वाला, जो बख्शण वाला हुए। मेहरबान ਉਹ है जो अपन ਦਿੰਦਾ है बिना ਇਹ ਸੋਚਦੇ ਹੋਏ ਕਿ ਮੈਨੂੰ ਇਸ ਦਾ ਕੁਝ ਰਿਟਰਨ ਮਿਲੂਗੀ ਤੇ ਆਪਾਂ ਉਸ ਨੂੰ ਮਿਹਰਬਾਨ ਕਹਿ ਦਿੰਦੇ ਹਾਂ। ਤੇ ਅਰ-ਰਹੀਮ ਜੋ ਹੈ ਇੱਕ ਸਪੈਸੀਫਿਕ ਵਰਡ ਹੈ। ਅਰ-ਰਹੀਮ ਦਾ ਮਤਲਬ ਹੈ ਮਾਫ ਕਰਨ ਵਾਲਾ, ਰਹਿਮ ਕਰਨ ਵਾਲਾ। ਇਹ ਅਰ-ਰਹੀਮ ਉਸ ਨੂੰ ਕਹਿ ਸਕਦੇ ਹਾਂ ਆਪਾਂ ਜਦੋਂ ਆਪਾਂ ਦੇ ਕੋਈ ਗਲਤੀ ਕਰਦਾ ਹੈ ਆਪਾਂ ਉਸ ਨੂੰ ਮਾਫ ਕਰ ਦਿੰਦੇ ਹਾਂ। ਦੁਬਾਰਾ ਕਰਦਾ ਹੈ ਆਪਾਂ ਦੁਬਾਰਾ ਮਾਫ ਕਰ ਦਿੰਦੇ ਹਾਂ। ਤੀਸਰੀ ਵਾਰੀ ਆਪਾਂ ਕਹਿੰਦੇ ਹਾਂ ਕਿ ਇਹਦਾ ਬਾਰ-ਬਾਰ ਹੋ ਰਿਹਾ ਹੈ, ਇਹਨੂੰ ਕਿਉਂ ਮਾਫ ਕੀਤਾ ਜਾਵੇ। ਤੇ ਆਪਾਂ ਨੂੰ ਦਿਲ 'ਚ ਸਵਾਲ ਉੱਠਦੇ ਨੇ ਕਿ ਇਸਦਾ ਤਾਂ ਹਰ ਵਾਰ ਦਾ ਹੋ ਗਿਆ, ਇਹਨੂੰ ਬਾਰ-ਬਾਰ ਮਾਫ ਕਰਨ ਦੀ ਤਾਂ ਬਣਦੀ ਨਹੀਂ, ਇਹਨੂੰ ਮਾਫ ਨਹੀਂ ਕੀਤਾ ਜਾਊਗਾ। ਆਪਣੇ ਦਿਲ 'ਚ ਇੱਕ ਆਪਣਾ ਗੁੱਸਾ ਪੈਦਾ ਹੋ ਜਾਂਦਾ। ਤੇ ਜੋ ਇਹ ਅਰ-ਰਹੀਮ ਵਰਡ ਹੈ ਅਰ-ਰਹਿਮਾਨ ਨਿਰ-ਰਹੀਮ, ਜੋ ਰਹੀਮ ਵਰਡ ਹੈ ਉਸ ਤੋਂ ਹੀ ਆਇਆ ਹੈ। ਤੇ ਮਾਲਿਕ ਯੌਮਿद्दीन क़यामत ਦੇ ਦਿਨ ਦਾ ਮਾਲਿਕ, ਬਦਲੇ ਦੇ ਦਿਨ ਦਾ ਮਾਲਿਕ। ਜਿਸ ਦਿਨ ਬਦਲਾ ਦਿੱਤਾ ਜਾਊਗਾ ਆਪਾਂ ਨੂੰ ਉਹਨੇ ਕੀ ਕੀਤਾ ਦੁਨੀਆ ਵਿੱਚ, ਲੋਕਾਂ ਨਾਲ ਕੈਸਾ ਵਿਵਹਾਰ ਸੀ, ਆਪਾਂ ਨੇ ਰੱਬ ਦੀ ਜੋ ਦਿੱਤੀ ਹੋਈ ਸਮਾਂ ਸੀ, ਰੱਬ ਦਾ ਦਿੱਤਾ ਹੋਇਆ ਧਨ ਸੀ, ਉਹ ਕਿੱਥੇ ਤੇ ਕਿਵੇਂ ਇਸਤੇਮਾਲ ਕਰਿਆ। ਤੇ ਬਹੁਤ ਜਿੰਨੀਆਂ ਵੀ ਗੱਲਾਂ ਨੇ ਆਪਾਂ ਨੇ ਦੁਨੀਆ 'ਤੇ ਕਰੀਆਂ ਉਹ ਸਭ ਦਾ ਆਪਾਂ ਨੂੰ ਬਦਲਾ ਮਿਲੂ। ਜੇ ਕੁਛ ਚੰਗਾ ਕੀਤਾ ਤਾਂ ਚੰਗੇ ਦਾ ਬਦਲਾ ਦਿੱਤਾ ਜਾਊਗਾ, ਜੇ ਕਿਸੇ ਕੋਈ ਮਾੜਾ ਕੀਤਾ ਤਾਂ ਮਾੜੇ ਦਾ ਬਦਲਾ ਦਿੱਤਾ ਜਾਊਗਾ। ਕਿਸੇ 'ਤੇ ਠੱਗੀ ਮਾਰੀ ਹੈ ਤਾਂ ਜਿਸ 'ਤੇ ਠੱਗੀ ਵੱਜੀ ਹੈ ਉਹਨੂੰ ਉਹਦਾ ਬਦਲਾ ਦਿੱਤਾ ਜਾਊਗਾ। ਔਰ ਅਗਰ ਆਪਾਂ ਨੇ ਮਾਰੀ ਹੈ ਤਾਂ ਆਪਾਂ ਨੂੰ ਉਹਦਾ ਬਦਲਾ ਦਿੱਤਾ ਜਾਊ। ਕਿਸੇ ਦਾ ਬੁਰਾ ਕੀਤਾ ਹੈ ਉਹਦਾ ਬਦਲਾ, ਜੇ ਬੁਰਾ ਹੋਇਆ ਤਾਂ ਉਹਦਾ ਬਦਲਾ, ਯਾਨੀ ਕਿ ਉਹ ਇਨਸਾਫ ਦਾ ਦਿਨ ਹੈ। ਇਹ ਉਸਨੂੰ ਉਸ ਦਿਨ ਪੂਰੀ ਕਾਇਨਾਤ ਵਿੱਚ ਹਰ ਚੀਜ਼ ਜੋ ਜ਼ਿੰਦਾ ਹੈ ਔਰ ਖਾਸ ਕਰ ਇਨਸਾਨ ਉਸ ਨੂੰ ਸਭ ਨੂੰ ਜੋ ਹੈ ਬਦਲਾ ਦਿੱਤਾ ਜਾਊਗਾ।
ਇਯਾਕ ਨਅਬੁਦੁ ਵ ਇਯਾਕ ਨਸਤਈਨ। ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਤੇ ਤੇਰੇ ਤੋਂ ਹੀ ਮਦਦ ਮੰਗਦੇ। ਅਸੀਂ ਸਾਰੇ ਪੂਰੀ ਦੁਨੀਆ ਕਾਇਨਾਤ ਜੋ ਪਹਿਲੀ ਜੋ ਆਪਣੇ ਹਯਾਤ ਵਿੱਚ ਆਇਆ ਹੈ, ਅਲਹਮਦੁਲਿल्लाह ਰੱਬਿਲ ਆਲਮੀਨ। ਜਿੰਨੇ ਵੀ ਦੁਨੀਆਵਾਂ ਨੇ, ਆਲਮ ਨੇ, ਦੁਨੀਆ 'ਚ ਜਿੰਨੇ ਵੀ ਚਰਿੰਦ ਪਰਿੰਦ ਪਲੈਨਟਸ, ਜਾਨਵਰ, ਆਪਾਂ ਇਨਸਾਨ, ਆਪਾਂ ਸਾਰੇ ਇੱਕੋ ਹੀ ਰੱਬ ਦੀ ਇਬਾਦਤ ਕਰਦੇ ਹਾਂ। ਇਯਾਕ ਨਅਬੁਦੁ, ਕਿ ਅਸੀਂ ਤੇਰੀ ਹੀ ਇਬਾਦਤ ਕਰ ਰਹੇ ਹਾਂ। ਇਨਸਾਨਾਂ ਦੀ ਔਰ ਬਾਕੀ ਜੋ ਦੁਨੀਆਵਾਂ 'ਚ ਜੋ ਚੀਜ਼ਾਂ ਨੇ ਜੋ ਅੱਲਾ ਦੀ ਇਬਾਦਤ ਕਰਦੀਆਂ ਨੇ, ਉਹਨਾਂ ਦੀ ਇਬਾਦਤ 'ਚ ਕੀ ਫ਼ਰਕ ਹੈ? ਜੇ ਆਪਾਂ ਇਨਸਾਨ ਸੌਂਦੇ ਹਾਂ ਤੇ ਜਾਨਵਰ ਵੀ ਸੌਂਦੇ ਨੇ। ਜੇ ਆਪਾਂ ਖਾਣਾ ਖਾਂਦੇ ਹਾਂ ਤਾਂ ਜਾਨਵਰ ਵੀ ਖਾਂਦੇ ਨੇ। ਜੇ ਆਪਾਂ ਇੱਕ ਕਮਿਊਨਿਟੀ 'ਚ ਰਹਿੰਦੇ ਹਾਂ ਤਾਂ ਜਾਨਵਰ ਵੀ ਕਮਿਊਨਿਟੀ 'ਚ ਰਹਿੰਦੇ ਨੇ। ਜੇ ਆਪਾਂ ਇੱਕ ਦੂਸਰੇ ਦੀ ਮਦਦ ਕਰਦੇ ਹਾਂ ਤਾਂ ਜਾਨਵਰ ਵੀ ਇੱਕ ਦੂਸਰੇ ਦੀ ਮਦਦ ਕਰਦੇ ਨੇ। ਤੇ ਜਦ ਆਪਣਾ ਕੋਈ ਮਰਦਾ ਹੈ ਤਾਂ ਅਫਸੋਸ ਮਨਾਉਂਦੇ ਹਾਂ, ਜਾਨਵਰ ਵੀ ਅਫਸੋਸ ਮਨਾਉਂਦੇ ਆ। ਹੱਤਾ ਕਿ ਜਿੰਨਾ ਵੀ ਬਹੁਤ ਜ਼ਿਆਦਾ ਆਪਾਂ ਜੋ ਬਾਕੀ ਚੀਜ਼ਾਂ ਨੇ ਦੁਨੀਆ 'ਤੇ, ਜੋ ਬਾਕੀ ਹੈਵਾਨ ਫਿਰਦੇ ਨੇ ਦੁਨੀਆ 'ਤੇ, ਆਪਾਂ ਉਹਨਾਂ ਨਾਲ ਮੈਚ ਕਰ ਰਹੇ ਹਾਂ। ਤੇ ਤਾਂ ਉਹਨਾਂ ਦੀ ਔਰ ਆਪਣੀ ਇਬਾਦਤ 'ਚ ਕੀ ਫ਼ਰਕ ਹੈ? ਕਿ ਅੱਲਾਹ ਤਾਲਾ ਨੇ ਇਹ ਕਿਤਾਬ ਕੁਰਾਨ ਮਜੀਦ ਆਪਾਂ ਨੂੰ ਹੀ ਕਿਉਂ ਦਿੱਤੀ? ਦੁਨੀਆ 'ਤੇ ਹੋਰ ਜੋ ਜੀਵ ਜੰਤੂ ਨੇ, ਦੁਨੀਆ 'ਤੇ ਹੋਰ ਜੋ ਚਰਿੰਦ ਪਰਿੰਦ ਨੇ, ਜਾਨਵਰ ਨੇ, ਅੱਲਾਹ ਤਾਲਾ ਉਹਨਾਂ ਨੂੰ ਵੀ ਇੱਕ ਇਨਸਾਨੀ ਅਕਲ ਦੇ ਸਕਦਾ ਸੀ, ਇਨਸਾਨੀ ਕੌਨਸ਼ੀਅਸਨੈਸ ਦੇ ਸਕਦਾ ਸੀ, ਤਾਂ ਕਿ ਉਹ ਇਸ ਬੁੱਕ ਨੂੰ, ਇਸ ਕਿਤਾਬ ਨੂੰ ਆਪਣੀ ਜ਼ਿੰਦਗੀ ਦੇ ਉੱਪਰ ਲਾਗੂ ਕਰ ਸਕਣ ਔਰ ਅੱਲਾਹ ਤਾਲਾ ਦੇ ਅੱਗੇ ਇਬਾਦਤ ਕਰ ਸਕਣ। ਲੇਕਿਨ ਅੱਲਾਹ ਤਾਲਾ ਨੇ ਇਹ ਕਿਤਾਬ ਇਨਸਾਨਾਂ ਨੂੰ ਦਿੱਤੀ, ਔਰ ਜੇ ਆਪਾਂ ਨੂੰ ਇਹ ਕਿਤਾਬ ਮਿਲੀ ਹੈ, ਅੱਲਾਹ ਤਾਲਾ ਦਾ ਕਲਾਮ ਮਿਲਿਆ ਹੈ, ਉਹਨਾਂ ਦੀਆਂ ਬੋਲ, ਇਹ ਅੱਲਾਹ ਤਾਲਾ ਦਾ ਜੋ ਬੋਲ ਹੈ ਕੁਰਾਨ ਮਜੀਦ, ਇਹ ਜੇ ਆਪਾਂ ਨੂੰ ਮਿਲਿਆ ਹੈ ਤਾਂ ਆਪਣੀ ਔਰ ਉਹਨਾਂ ਦੇ ਵਿੱਚ ਵਾਕਈਤਨ ਬਹੁਤ ਬੜਾ ਫ਼ਰਕ ਹੈ। ਔਰ ਉਹ ਫ਼ਰਕ ਇਹ ਹੈ ਕਿ ਅੱਲਾਹ ਤਾਲਾ ਆਪਾਂ ਨੂੰ ਅਸ਼ਰਫੁਲ ਮਖਲੂਕਾਤ ਕਹਿੰਦਾ, ਕਿ ਆਪਾਂ ਸਭ ਤੋਂ ਬਿਹਤਰੀਨ ਕ੍ਰੀਏਸ਼ਨ ਹੈ ਅੱਲਾਹ ਤਾਲਾ ਦੀ, ਇਨਸਾਨ। ਤੇ ਆਪਣੀ ਔਰ ਜਾਨਵਰਾਂ ਦੀ ਇਬਾਦਤ 'ਚ ਕੀ ਫ਼ਰਕ? ਸਭ ਤੋਂ ਬੜਾ ਇਨਸਾਨਾਂ ਦੀ ਇਬਾਦਤ 'ਚ ਫ਼ਰਕ ਰੱਖਿਆ ਅੱਲਾਹ ਤਾਲਾ ਨੇ, ਕਿ ਆਪਾਂ ਨੂੰ ਇੱਕ ਅਕਲ ਦਿੱਤੀ ਹੈ ਜੋ ਦੁਨੀਆ ਦੀ ਹੋਰ ਕਿਸੇ ਚੀਜ਼ ਵਿੱਚ, ਹੋਰ ਕਿਸੇ ਜੀਵ ਜੰਤੂ ਵਿੱਚ ਨਹੀਂ ਹੈ। ਔਰ ਉਹ ਅਕਲ ਹੈ ਸਵਾਲ ਪੁੱਛਣ ਦੀ। ਆਪਾਂ ਨੂੰ ਅੱਲਾਹ ਤਾਲਾ ਨੇ ਸਵਾਲ ਪੁੱਛਣ ਦੀ ਇੱਕ ਸਲਾਹੀਅਤ ਦਿੱਤੀ ਔਰ ਆਪਣੀ ਮਰਜ਼ੀ ਨਾਲ ਕੰਮ ਕਰਨ ਦੀ ਇੱਕ ਛੁੱਟ ਦਿੱਤੀ, ਜਿਸਨੂੰ ਆਪਾਂ ਫ੍ਰੀ ਵਿਲ ਵੀ ਕਹਿ ਦਿੰਦੇ ਹਾਂ, ਕਿ ਆਪਾਂ ਜੇ ਚਾਹੀਏ ਜੋ ਚਾਹੀਏ ਉਹ ਕਰ ਸਕਦੇ ਹਾਂ, ਜਿੱਥੇ ਚਾਹੀਏ ਉਹ ਜਾ ਸਕਦੇ ਹਾਂ, ਔਰ ਆਪਾਂ ਨੂੰ ਕੋਈ ਰੋਕਣ ਵਾਲਾ ਨਹੀਂ। ਲੇਕਿਨ ਜੋ ਬਾਕੀ ਦੁਨੀਆ ਦੀਆਂ ਚੀਜ਼ਾਂ ਨੇ, ਦੁਨੀਆ ਦੇ ਜੋ ਬਾਕੀ ਜੀਵ ਜੰਤੂ ਨੇ, ਉਹ ਇੱਦਾਂ ਨਹੀਂ ਕਰ ਸਕਦੇ। ਉਹ ਇੱਦਾਂ ਇਸ ਲਈ ਨਹੀਂ ਕਰ ਸਕਦੇ ਕਿਉਂਕਿ ਜੋ ਉਹਨਾਂ ਦੇ ਵਿੱਚ, ਜੋ ਉਹਨਾਂ ਨੇ ਹਜ਼ਾਰਾਂ ਕਰੋੜਾਂ ਸਾਲਾਂ ਵਿੱਚ ਆਪਣੇ ਅੰਦਰ ਇੱਕ ਜੋ ਹੈ ਕੋਡ, ਜੋ ਉਹਨਾਂ ਨੇ ਪ੍ਰੋਗਰਾਮਿੰਗ, ਜੋ ਉਹਨਾਂ ਦੇ ਅੰਦਰ ਇਸ ਦੁਨੀਆ ਵਿੱਚ ਰਹਿਣ ਦੀ, ਸਹਿਣ ਦੀ, ਖਾਣ ਪੀਣ ਦੀ, ਤੇ ਜੋ ਵੀ ਉਹ ਕਰ ਰਹੇ ਨੇ, ਉਹ ਸਾਰਾ ਉਹਨਾਂ ਦਾ ਇੱਕ ਸਟਰਕਚਰਲ, ਜੋ ਇੱਕ ਮੈਥੋਡਿਕ ਔਰ ਐਵੋਲੂਸ਼ਨਰੀ ਜੋ ਉਹਨਾਂ ਦੇ ਵਿੱਚ ਆਇਆ ਹੈ, ਐਵੋਲੂਸ਼ਨਰੀ ਉਹਨਾਂ ਦੇ ਵਿੱਚ ਇੱਕ ਪੈਟਰਨ ਜੋ ਹੈ, ਉਹਨਾਂ ਨੂੰ ਸਰਵਾਈਵਲ ਦਾ ਪੈਟਰਨ ਹੈ। ਤੇ ਉਹ ਉਸ ਦੇ ਆਧਾਰ 'ਤੇ ਜੋ ਵੀ ਕਰਦੇ ਹਨ, ਅਗਰ ਇਸ ਤਰ੍ਹਾਂ ਦਾ ਕੁਝ ਵੀ ਕਰਦੇ ਹਨ ਜੋ ਆਪਣੇ ਐਂਥਰੋਪੋਮੋਰਫਿਕ ਮਤਲਬ ਆਪਾਂ ਜੋ ਆਪਣੇ ਕੰਸੈਪਟ ਬਾਕੀ ਚੀਜ਼ਾਂ 'ਤੇ ਅਪਲਾਈ ਕਰਦੇ ਹਾਂ, ਇਨਸਾਨੀ ਕੰਸੈਪਟ ਜੋ ਇਨਸਾਨ ਨਹੀਂ ਹੈਗੇ ਉਹ ਚੀਜ਼ਾਂ 'ਤੇ, ਆਪਾਂ ਨੂੰ ਤਾਂ ਲੱਗਦਾ ਹੈ ਕਿ ਇਹ ਜੋ ਜੀਵ ਜੰਤੂ ਨੇ ਇਹ ਇਨਸਾਨਾਂ ਤੋਂ ਬਿਲਕੁਲ ਘੱਟ ਨਹੀਂ ਹੈਗੇ। ਲੇਕਿਨ ਇੱਦਾਂ ਨਹੀਂ ਹੈ, ਉਹ ਹਜ਼ਾਰਾਂ ਸਾਲਾਂ ਤੋਂ, ਲੱਖਾਂ ਸਾਲਾਂ ਤੋਂ, ਕਰੋੜਾਂ ਸਾਲਾਂ ਤੋਂ ਇਹ ਚੀਜ਼ ਨੂੰ ਸਿੱਖਦੇ ਆ ਰਹੇ ਨੇ। ਉਹਨਾਂ ਦੇ ਅੰਦਰ ਇੱਕ DNA ਹੈ ਜੋ ਉਸ ਡੇਟਾ ਨੂੰ ਇਕੱਠਾ ਕਰ ਰਿਹਾ ਹੈ, ਐਕਿਊਮੂਲੇਟ ਕਰ ਰਿਹਾ ਹੈ, ਔਰ ਉਹ ਸਾਰੇ ਡੇਟੇ ਦੇ ਆਧਾਰਿਤ ਜੋ ਕਰ ਰਹੇ ਨੇ, ਉਹ ਇੱਕ ਉਹਨਾਂ ਦਾ ਇੱਕ ਪ੍ਰੋਪਰ ਸੇਵਡ ਡੇਟਾ ਹੈ। ਲੇਕਿਨ ਇਨਸਾਨ ਇੱਦਾਂ ਦਾ ਨਹੀਂ ਹੈ। ਇਨਸਾਨ ਦੇ ਵਿੱਚ ਇੱਕ ਸਲਾਹੀਅਤ ਹੈ, ਉਹ ਹੈ ਆਪਾਂ ਕੁਝ ਐਸਾ ਕਰ ਸਕਦੇ ਹਾਂ ਜੋ ਆਪਣੀ ਖੁਦ ਦੀ ਨਫਸਿਆਤ ਦੇ ਖਿਲਾਫ ਹੈ। ਆਪਾਂ ਆਪਣੀਆਂ ਆਈਡੀਓਲੋਜੀਜ਼ ਤਿਆਰ ਕਰਦੇ ਹਾਂ ਜੋ ਸਰਵਾਈਵਲ ਦੇ ਵੀ ਕਈ ਵਾਰ ਖਿਲਾਫ ਹੁੰਦਾ।
ਆਪਾਂ ਆਪਣੇ ਨਾਲ-ਨਾਲ ਦੂਸਰਿਆਂ ਨੂੰ ਵੀ ਕਨਵਿੰਸ ਕਰ ਸਕਦੇ ਹਾਂ ਉਸ ਚੀਜ਼ ਨੂੰ ਆਪਣੇ ਵੱਲ ਆਪਣੇ ਨਾਲ-ਨਾਲ ਲੈ ਕੇ ਜਾਣ ਦੀ। ਜੇ ਜੋ ਦੁਨੀਆ ਦੇ ਵਿੱਚ ਆਈਡੀਓਲੋਜੀਜ਼ ਨੇ, ਨਿਹਿਲਿਜ਼ਮ ਹੈ, ਨਿਹਿਲਿਜ਼ਮ ਮਤਲਬ ਦੁਨੀਆ ਦਾ ਕੋਈ ਮਤਲਬ ਨਹੀਂ, ਜ਼ਿੰਦਗੀ ਦਾ ਕੋਈ ਮਤਲਬ ਨਹੀਂ, ਔਰ ਇਹ ਵੀ ਇੱਕ ਇਨਸਾਨੀ ਇੱਕ ਆਈਡੀਓਲੋਜੀ ਹੈ, ਇਨਸਾਨੀ ਇੱਕ ਵਿਚਾਰਧਾਰਾ ਹੈ ਜਿਸ ਦੇ ਉੱਪਰ ਲੋਕ ਆਪਣੀ ਪੂਰੀ ਜ਼ਿੰਦਗੀ ਜਿਸ ਦੇ ਉੱਪਰ ਯਕੀਨ ਕਰਦੇ ਕੱਢ ਦਿੰਦੇ ਹਨ। ਔਰ ਇਹੀ ਜੋ ਯਕੀਨ ਹੈ, ਇਹੀ ਜੋ ਵਿਸ਼ਵਾਸ ਹੈ, ਇਨਸਾਨ ਦੀ ਜੋ ਫਿਤਰਤ ਹੈ ਵਿਸ਼ਵਾਸ ਦੀ, ਔਰ ਜੋ ਬੜਾ ਫ਼ਰਕ ਹੈ ਬਾਕੀ ਜੋ ਜੀਵ ਜੰਤੂ ਨੇ, ਤੇ ਇਨਸਾਨਾਂ ਵਿੱਚ ਇਹੀ ਹੈ ਕਿ ਉਹ ਵਿਸ਼ਵਾਸ ਕਰਦਾ ਹੈ। ਉਸ ਕੋਲ ਇਸ ਦਾ ਇਖਤਿਆਰ ਹੈ ਕਿ ਉਸਨੇ ਕਿਸ ਚੀਜ਼ 'ਤੇ ਵਿਸ਼ਵਾਸ ਕਰਨਾ ਹੈ। ਇਸੇ ਤਰ੍ਹਾਂ ਉਹ ਇਨਸਾਨ ਜਿਵੇਂ ਨਿਹਿਲਿਜ਼ਮ ਹੈ ਕਿ ਦੁਨੀਆ ਜ਼ਿੰਦਗੀ ਦਾ ਕੋਈ ਮਕਸਦ ਨਹੀਂ, ਜੋ ਹੋਰ ਨੇ ਹੀਡੋਨਿਜ਼ਮ ਹੈ ਜਿਸ ਦਾ ਮਤਲਬ ਹੈ ਕਿ ਜੋ ਦੁਨੀਆ ਦੇ ਆਪਾਂ ਇਸ ਦੁਨੀਆ 'ਤੇ ਇਸ ਲਈ ਆਏ ਹਾਂ ਕਿ ਆਪਾਂ ਅਯਾਸ਼ੀ ਕਰੀਏ, ਆਪਾਂ ਆਪਣੇ ਆਪ ਨੂੰ ਖੁਸ਼ ਰੱਖੀਏ, ਅਤੇ ਹੋਰ ਕਿੰਨੀਆਂ ਹੀ ਆਈਡੀਓਲੋਜੀਜ਼ ਨੇ ਜਿਸ 'ਤੇ ਇਨਸਾਨ ਵਿਸ਼ਵਾਸ ਕਰਦਾ ਹੈ, ਔਰ ਸਿਰਫ ਇਸ ਲਈ ਵਿਸ਼ਵਾਸ ਕਰਦਾ ਹੈ ਕਿਉਂਕਿ ਉਸਨੇ ਉਹ ਇਹ ਕੁਐਸਚਨ ਵਿੱਚ ਫਸਿਆ ਹੋਇਆ ਹੈ ਕਿ ਦੁਨੀਆ 'ਤੇ ਆਉਣ ਦਾ ਮਕਸਦ ਕੀ ਹੈ। ਔਰ ਜੋ ਇਹੀ ਕੁਐਸਚਨ ਹੈ, ਅੱਲਾਹ ਤਾਲਾ ਨੇ ਆਪਾਂ ਨੂੰ ਇਹੀ ਕੁਐਸਚਨ ਦੀ ਸਲਾਹੀਅਤ ਦਿੱਤੀ ਹੈ, ਪੁੱਛਣ ਦੀ ਆਪਾਂ ਨੂੰ ਕੌਨਸ਼ੀਅਸਨੈਸ ਦਿੱਤੀ ਹੈ ਜੋ ਆਪਾਂ ਨੂੰ ਅਲੱਗ ਬਣਾ ਦੇ। ਔਰ ਜੋ ਪੁਰਾਣੇ ਸਮਿਆਂ ਤੋਂ ਆਪਣੇ ਅੰਦਰ ਇਹ ਚੀਜ਼, ਇਹੀ ਸਲਾਹੀਅਤ ਹੈ ਜੋ ਆਪਾਂ ਉਹ ਜੋ ਕਰਦੇ ਹਾਂ, ਆਪਾਂ ਆਪਣੀ ਸੋਚ ਸਮਝ ਜੋ ਰੱਖੀ ਹੋਈ ਹੈ, ਸੋਚ ਸਮਝ ਰੱਖ ਕੇ ਕਰਦੇ ਹਾਂ। ਇਹ ਜੋ ਜਾਨਵਰਾਂ ਤੇ ਬਾਕੀ ਜੀਵ ਜੰਤੂਆਂ ਤੇ ਇਨਸਾਨਾਂ ਵਿੱਚ ਇੱਕ ਵੱਡਾ ਫ਼ਰਕ ਕਿਹਾ ਜਾ ਸਕਦਾ ਹੈ ਕਿ ਉਹਨਾਂ ਵਿੱਚ ਅਕਲ ਨਹੀਂ ਹੈ, ਆਪਣੇ ਅੰਦਰ ਅਕਲ ਹੈ। ਉਹਨਾਂ ਦਾ ਸਿਰਫ ਜੀਣਾ ਹੀ ਮਕਸਦ ਹੈ। ਉਹਨਾਂ ਦਾ ਮਕਸਦ ਹੈ ਸਿਰਫ ਜੀਣਾ, ਲੇਕਿਨ ਆਪਣਾ ਮਕਸਦ ਸਿਰਫ ਜੀਣਾ ਨਹੀਂ ਹੈ। ਆਪਾਂ ਕੁਛ ਮਕਸਦ ਲਈ ਜੀ ਰਹੇ ਹਾਂ, ਔਰ ਉਹਨਾਂ ਦਾ ਜੀਣਾ ਹੀ ਮਕਸਦ ਹੈ। ਤਾਂ ਉਹ ਮਕਸਦ ਕੀ ਹੈ? ਹਜ਼ਾਰਾਂ ਸਾਲ ਪਹਿਲਾਂ ਕਿੰਨੇ ਹੀ ਫਿਲੋਸਫਰ ਆਏ ਜਿਨ੍ਹਾਂ ਨੇ ਆ ਕੇ ਕੋਸ਼ਿਸ਼ ਕੀਤੀ ਕਿ ਆਪਾਂ ਦੁਨੀਆ 'ਤੇ ਕਿਉਂ, ਧਰਤੀ 'ਤੇ ਕਿਉਂ। ਹਾਲਾਂਕਿ ਅੱਲਾਹ ਤਾਲਾ ਨੇ ਆਪਾਂ ਨੂੰ ਆਪਾਂ ਨੇ ਆਉਣ ਦੇ ਨਾਲ ਹੀ ਆਪਾਂ ਨੂੰ ਮਕਸਦ ਨਾਲ ਦੇਤਾ ਸੀ ਕਿ ਆਪਾਂ ਦੁਨੀਆ 'ਤੇ ਕੀ ਕਰਨਾ ਹੈ, ਲੇਕਿਨ ਆਪਾਂ ਉਹ ਮਕਸਦ ਨੂੰ ਛੱਡ ਕੇ ਇੱਕ ਅਲੱਗ ਤਰੀਕੇ ਤੋਂ, ਅਲੱਗ ਰਾਹ ਤੋਂ, ਜਿਸ ਰਾਹ ਨੂੰ ਰੱਬ ਨੇ ਨਹੀਂ ਬਣਾਇਆ, ਉਸ ਰਾਹ ਨੂੰ ਛੱਡ ਕੇ ਹਜ਼ਾਰਾਂ ਸਾਲਾਂ ਤੋਂ ਉਹ ਮਕਸਦ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਿੰਦਗੀ ਦਾ ਮਕਸਦ ਕੀ ਹੈ। ਅਤੇ ਉਹ ਮਕਸਦ ਆਪਾਂ ਨੂੰ ਕਦੇ ਵੀ ਨਹੀਂ ਮਿਲ ਸਕਦਾ ਜਿੰਨਾ ਟਾਈਮ ਤੱਕ ਆਪਾਂ ਅੱਲਾਹ ਦਾ ਹੀ ਦੱਸਿਆ ਹੋਇਆ ਮਕਸਦ ਆ ਉਸਦੇ ਉੱਪਰ ਨਾ ਚੱਲੀਏ। ਅਤੇ ਉਹ ਮਕਸਦ ਹੈ ਰੱਬ ਦੀ ਇਬਾਦਤ ਕਰਨਾ। ਤਾਂ ਇਹੀ ਜੋ ਮਕਸਦ ਉਹ ਜੋ ਇਯਾਕ ਨਅਬੁਦੁ, ਆਪਾਂ ਉੱਥੇ ਆਏ ਕਿ ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ। ਔਰ ਇਬਾਦਤ ਦਾ ਮਤਲਬ ਹੈ ਕਿ ਇਬਾਦਤ ਵਾਲਾ ਲਫ਼ਜ਼ ਜੋ ਆਇਆ ਅਬਦ ਤੋਂ ਆਇਆ, ਜਿਸ ਦਾ ਮਤਲਬ ਹੈ ਬੰਦਾ, ਔਰ ਇਬਾਦਤ ਮਤਲਬ ਬੰਦਗੀ ਕਰਨ ਵਾਲਾ। ਅਰਬੀ ਵਿੱਚ ਇਹਦੇ 3 ਹੀ ਯੂਜ਼ਿਸ ਹੁੰਦੀਆਂ ਨੇ ਕਿ ਇੱਕ ਤਾਂ ਰੱਬ ਦੇ ਅੱਗੇ ਜੋ ਪੂਜਾ ਪਾਠ ਕਰਦੇ ਹਾਂ ਆਪਾਂ, ਉਹਨੂੰ ਬੰਦਗੀ ਕਹਿੰਦੇ ਨੇ, ਉਹਨੂੰ ਇਬਾਦਤ ਕਹਿੰਦੇ ਨੇ। ਇੱਕ ਹੁੰਦਾ ਹੈ ਕਿ ਆਪਾਂ ਜਿਸ ਦੀ ਆਪਾਂ ਤਾਬੇਦਾਰੀ ਕਰਦੇ ਹਾਂ, ਜਿਹਦਾ ਹੁਕਮ ਮੰਨਦੇ ਹਾਂ, ਹੁਕਮ ਤਾਬੇਦਾਰੀ ਕਰਨ ਨੂੰ ਇੱਕ ਇਬਾਦਤ ਕਹਿੰਦੇ ਨੇ। ਔਰ ਤੀਸਰੀ ਜੋ ਬੰਦਗੀ, ਗੁਲਾਮੀ, ਤੋਂ ਅਰਬ ਦੇ ਲੋਕ ਇਹੀ ਕਹਿੰਦੇ ਤੇ ਇਹ ਉਹਦਾ ਬੰਦਾ ਹੈ, ਇਹ ਉਹਦਾ ਗੁਲਾਮ ਹੈ। ਤਾਂ ਜੋ ਅਬਦ ਲਫ਼ਜ਼ ਹੈ ਉਹ ਗੁਲਾਮ ਲਈ ਵੀ ਯੂਜ਼ ਕਰਦਾ, ਲੇਕਿਨ ਆਪਾਂ ਪੂਰੀ ਕਾਇਨਾਤ, ਦੁਨੀਆ ਦੀ ਹਰ ਸ਼ੈ, ਦੁਨੀਆ ਦੀ ਹਰ ਚੀਜ਼, ਜ਼ਰਰਾ ਕਣ ਇੱਕੋ ਹੀ ਰੱਬ ਦਾ ਜੋ ਹੈ ਗੁਲਾਮ ਹੈ। ਤਾਂ ਅਸੀਂ ਉਸਨੂੰ ਕਹਿੰਦੇ ਹਾਂ ਕਿ ਇਯਾਕ ਨਅਬੁਦੁ ਵ ਇਯਾਕ ਨਸਤਈਨ, ਤੇ ਤੋਂ ਹੀ ਮੰਗ ਕਿ ਜਿਸਨੇ ਸਾਨੂੰ ਪਹਿਲਾਂ ਤੋਂ ਹੀ ਇਹ ਸਾਰਾ ਕੁਛ ਪ੍ਰੋਵਾਈਡ ਕਰਿਆ ਹੈ, ਪਹਿਲਾਂ ਤੋਂ ਹੀ ਜਿਸਨੇ ਆਪਾਂ ਨੂੰ ਇਹ ਇੱਕ ਜਿਸਮ ਪ੍ਰੋਵਾਈਡ ਕਰਿਆ, ਇੱਕ ਜੋ ਹਵਾ, ਜੋ ਇਕੋਸਿਸਟਮ ਪ੍ਰੋਵਾਈਡ ਕਰਿਆ, ਜੋ ਇਨਵਾਇਰਮੈਂਟ ਪ੍ਰੋਵਾਈਡ ਕਰਿਆ, ਜੋ ਗ੍ਰੈਵਿਟੀ ਹੈ ਜੋ ਆਪਾਂ ਨੂੰ ਪ੍ਰੋਵਾਈਡ ਕਰੀ ਹੈ, ਜੋ ਸਨਲਾਈਟ ਹੈ ਜੋ ਆਪਾਂ ਨੂੰ ਪ੍ਰੋਵਾਈਡ ਕਰੀ ਹੈ, ਜੋ ਪੂਰਾ ਯੂਨੀਵਰਸ ਹੈ ਇੱਕ ਆਪਾਂ ਨੂੰ ਪ੍ਰੋਵਾਈਡ ਕਰਿਆ ਹੈ। ਔਰ ਉਸਦਾ ਜੋ ਰਹਿਬਰ ਹੈ, ਜ਼ਰੂਰੀ ਦੁਨੀਆ ਦੇ ਵਿੱਚ ਜੋ ਚੀਜ਼ ਹੈ ਉਹ ਹੈ ਇਨਸਾਨ। ਆਪਾਂ ਨੂੰ ਉਸਦਾ ਹਰ ਚੀਜ਼ ਦਾ ਇੱਕ ਲੀਡਰ ਬਣਾ ਕੇ ਭੇਜਿਆ। ਆਪਾਂ ਨੂੰ ਹਰ ਚੀਜ਼ ਆਪਣੇ ਲਈ ਹੀ ਬਣਾਈ ਗਈ ਕਿ ਇਹ ਇਨਸਾਨ ਲਈ ਮੈਨੇ ਪੂਰੀ ਦੁਨੀਆ ਕਾਇਨਾਤ ਤਿਆਰ ਕਰੀ ਹੈ, ਔਰ ਇਹ ਸਭ ਤੋਂ ਬਿਹਤਰੀਨ ਮਖਲੂਕ ਹੈ। ਜਿਸ ਤਰ੍ਹਾਂ ਆਪਾਂ ਅੱਲਾਹ ਤਾਲਾ ਤੋਂ ਮੰਗ ਰਹੇ ਹਾਂ, ਤਾਂ ਉਸ ਤਰ੍ਹਾਂ ਹੀ ਪੂਰੀ ਦੁਨੀਆ ਅੱਲਾਹ ਤਾਲਾ ਤੋਂ ਮੰਗਦੀ ਹੈ, ਲੇਕਿਨ ਇਸ ਸੈਂਸ ਵਿੱਚ ਨਹੀਂ ਜਿਸ ਤਰ੍ਹਾਂ ਆਪਾਂ ਮੰਗ ਰਹੇ ਹਾਂ। ਇਹੀ ਜੋ ਫੰਡਾਮੈਂਟਲ ਡਿਫਰੈਂਸ ਹੈ ਦੁਨੀਆ ਦੀ ਬਾਕੀ ਚੀਜ਼ਾਂ ਦਾ ਦੌਰ ਆਪਣਾ, ਔਰ ਇਹੀ ਹੈ ਕਿ ਜੋ ਉਹਨਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ
ਉਹ ਚੀਜ਼ ਜੋ ਰੱਬ ਤੋਂ ਮੰਗਦੇ ਹਨ, ਉਹ ਆਪਣੀ ਹੋਂਦ ਮੰਗਦੇ ਹਨ। ਉਸ ਉਹ ਰੱਬ ਨੂੰ ਕਹਿੰਦੇ ਹਨ ਕਿ ਰੱਬ ਤੇਰਾ ਸ਼ੁਕਰ ਹੈ ਕਿ ਅਸੀਂ ਐਗਜ਼ਿਸਟ ਕਰਦੇ ਹਾਂ। ਔਰ ਉਹ ਜੋ ਉਹਨਾਂ ਦੀ ਐਗਜ਼ਿਸਟੈਂਸ ਹੈ, ਜੋ ਜੇ ਗ੍ਰੈਵਿਟੀ ਹੈ ਰੱਬ ਤੋਂ ਮੰਗਦੀ ਹੈ ਕਿ ਮੈਂ ਬਣੀ ਰਹਾਂ, ਜੋ ਮਿੱਟੀ ਹੈ ਉਹ ਰੱਬ ਤੋਂ ਮੰਗਦੀ ਹੈ ਕਿ ਮੈਂ ਮੇਰੀ ਹੋਂਦ ਬਣੀ ਰਹੇ। ਔਰ ਜੋ ਇਹ ਰੱਬ ਤੋਂ ਜੋ ਆਪਣੀ ਹੋਂਦ ਹੈ, ਉਹ ਇਹ ਮੰਗਣਾ, ਇਹ ਉਹਨਾਂ ਦੀ ਮੰਗ ਹੈ। ਇਨਸਾਨ ਦੀ ਕੀ ਮੰਗ ਹੈ? ਈਯਾਕ ਨਅਬੁਦ व ਈਯਾਕ ਨਸਤਾਈਨ। ਇਨਸਾਨ ਦੀ ਮੰਗ ਇਹ ਹੈ ਕਿ ਆਪਾਂ ਅੱਲਾਹ ਤਾਲਾ ਤੋਂ ਉਸਦੀ ਰਹਿਮਤ ਮੰਗ ਰਹੇ ਹਾਂ, ਅੱਲਾਹ ਤਾਲਾ ਤੋਂ ਉਸਦਾ ਕੁਰਬ ਮੰਗ ਰਹੇ ਹਾਂ, ਅੱਲਾਹ ਤਾਲਾ ਤੋਂ ਉਸਦੀ ਬੰਦਗੀ ਮੰਗ ਰਹੇ ਹਾਂ, ਅੱਲਾਹ ਤਾਲਾ ਤੋਂ ਇੱਕ ਆਪਣਾ ਇੱਕ ਐਸਾ ਜ਼ਹਿਨ ਮੰਗਦੇ ਹਾਂ ਜੋ ਸਹੀ ਰਾਸਤੇ 'ਤੇ ਰਹੇ। ਇਸੀ ਲਈ ਜੋ ਸਹਾਬਾ ਸੀ, ਜੋ ਅੱਲਾਹ ਦੇ ਟਾਈਮ, ਨਬੀ ਦੇ ਟਾਈਮ ਸਹਾਬਾ ਸੀ, ਉਹ ਕੀ ਕਰਦੇ ਸੀ? ਕਹਿੰਦੇ ਸੀ ਕਿ ਕਾਸ਼ ਅਸੀਂ ਹੁੰਦੇ ਹੀ ਨਾ। ਤਾਂ ਇਨਸਾਨ ਤੋਂ ਇਲਾਵਾ ਹੋਰ ਕੋਈ ਦੁਨੀਆ ਦੇ ਵਿੱਚ ਮਖਲੂਕ ਐਸੀ ਨਹੀਂ ਹੈ ਜੋ ਇਸ ਤਰ੍ਹਾਂ ਕਹੇ ਕਿ ਅਸੀਂ ਨਾ ਹੁੰਦੇ। ਲੇਕਿਨ ਇਨਸਾਨ ਨੂੰ ਹੀ ਪਤਾ ਹੈ, ਕਿਉਂਕਿ ਉਸਨੂੰ ਜੋ ਇਨਸਾਨ ਸਮਝ ਲੈਂਦਾ ਹੈ, ਉਸਨੂੰ ਪਤਾ ਲੱਗਦਾ ਹੈ ਕਿ ਮੇਰੇ ਦੁਨੀਆ 'ਤੇ ਆਉਣ ਦਾ ਕੀ ਮਕਸਦ ਹੈ। ਜੋ ਇਹ ਮਕਸਦ ਨੂੰ ਸਮਝ ਲੈਂਦਾ ਹੈ ਤਾਂ ਉਹਨੂੰ ਇਸ ਰਿਸਪੋਂਸੀਬਿਲਿਟੀ ਨੂੰ ਦੇਖ ਕੇ ਉਹ ਓਵਰਵੈਲਮ ਹੋ ਜਾਂਦਾ ਹੈ। ਉਸਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਕਿੱਥੇ ਜਾਵਾਂ, ਕੀ ਕਰਾਂ? ਕਿ ਜਦੋਂ ਉਸਨੂੰ ਆਪਣੀ ਜ਼ਿੰਦਗੀ ਦਾ ਮਕਸਦ ਸਮਝ ਆਉਂਦਾ ਹੈ, ਤਾਂ ਹੀ ਜੋ ਜਿਵੇਂ ਹਜ਼ਰਤ ਅਬੂ ਬਕਰ ਸਿੱਦੀਕ, ਅੱਲਾਹ ਦੇ ਨਬੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਦੋਸਤ, ਇਹ ਕਹਿੰਦੇ ਸੀ ਕਿ ਕਾਸ਼ ਮੈਂ ਅੱਜ ਚਿੜੀ ਹੁੰਦਾ, ਕਾਸ਼ ਮੈਂ ਪਰਿੰਦਾ ਹੁੰਦਾ, ਕਾਸ਼ ਮੈਂ ਹੁੰਦਾ ਹੀ ਨਾ। ਤਾਂ ਉਹ ਇਸੀ ਲਈ ਕਹਿੰਦੇ ਸੀ ਕਿ ਉਹਨਾਂ ਨੂੰ ਪਤਾ ਥਾ ਕਿ ਮੇਰੇ ਉੱਪਰ ਕੀ ਜ਼ਿੰਮੇਦਾਰੀ ਹੈ, ਤਾਂ ਉਹ ਰੱਬ ਤੋਂ ਮੰਗਦੇ ਸੀ, ਰੱਬ ਤੋਂ ਡਰਦੇ ਸੀ ਕਿ ਅਗਰ ਮੈਂ ਇਹ ਜ਼ਿੰਮੇਦਾਰੀ ਤੋਂ ਨਾਕਾਮ ਹੋ ਗਿਆ, ਇਹ ਜ਼ਿੰਮੇਦਾਰੀ ਨਾ ਨਿਭਾ ਪਾਇਆ, ਤਾਂ ਯਕੀਨਨ ਉਹ ਠਿਕਾਣਾ ਜਹੰਨਮ ਹੈ। ਜੇ ਮੈਂ ਇਹ ਜ਼ਿੰਮੇਦਾਰੀ ਨਿਭਾ ਪਾਇਆ ਤਾਂ ਯਕੀਨਨ ਉਹ ਠਿਕਾਣਾ ਅੱਲਾਹ ਤਾਲਾ ਦੀ ਕੁਰਬਤ ਔਰ ਉਸਦੀ ਜੰਨਤ ਹੈ। ਔਰ ਜੰਨਤ ਔਰ ਜਹੰਨਮ ਇਨਸਾਨ ਲਈ ਹੀ ਬਣਾਈਆਂ ਗਈਆਂ ਕਿ ਆਪਾਂ ਨੇ ਹੀ ਉੱਥੇ ਜਾਣਾ ਹੈ, ਕਿਉਂਕਿ ਆਪਾਂ ਹੀ ਉਹ ਫਹਿਮ ਰੱਖ ਰਹੇ ਹਾਂ, ਉਹ ਦਿਮਾਗ ਰੱਖ ਰਹੇ ਹਾਂ, ਉਹ ਅਕਲ ਰੱਖ ਰਹੇ ਹਾਂ ਜੋ ਦੁਨੀਆ ਦੀ ਹੋਰ ਕੋਈ ਚੀਜ਼ ਨਹੀਂ ਰੱਖ ਰਹੀ। ਤਾਂ ਇਹ ਜੋ ਮੁੱਢਲਾ ਹੈ, ਜੋ ਫ਼ਰਕ ਹੈ, ਮੈਂ ਤੁਹਾਡੇ ਅੱਗੇ ਪੇਸ਼ ਕਰਿਆ ਕਿ ਇਨਸਾਨ ਔਰ ਜਾਨਵਰਾਂ ਵਿੱਚ ਕੀ ਫ਼ਰਕ ਹੈ, ਇਨਸਾਨ ਔਰ ਬਾਕੀ ਮਖਲੂਕ ਵਿੱਚ ਕੀ ਫ਼ਰਕ ਹੈ। ਜਾਨਵਰ ਹੀ ਨਹੀਂ, ਕ੍ਰੀਏਚਰ ਜੋ ਲਿਵਿੰਗ ਕ੍ਰੀਏਚਰ ਹਨ ਇਨਸਾਨ ਤੋਂ ਇਲਾਵਾ, ਔਰ ਨੋਨ ਲਿਵਿੰਗ ਕ੍ਰੀਏਚਰ ਹਨ, ਉਹ ਇਨਸਾਨ ਤੋਂ ਇਲਾਵਾ ਕਿਸ ਤਰ੍ਹਾਂ ਵੱਖਰੇ ਹਨ ਇਨਸਾਨ ਤੋਂ। ਤਾਂ ਈਯਾਕ ਨਅਬੁਦ व ਈਯਾਕ ਨਸਤਾਈਨ, ਤੇ ਤੇਤੋਂ ਹੀ ਮੰਗਦੇ, ਇੱਕੋ ਹੀ ਜ਼ਾਤ ਹੈ ਜਿਸ ਤੋਂ ਅਸੀਂ ਮੰਗਦੇ ਹਾਂ, ਉਹ ਹੈ ਰੱਬ ਅੱਲਾਹ ਤਾਲਾ। ਜੋ ਆਪਾਂ ਤੋਂ ਪਹਿਲਾਂ ਜੋ ਲੋਕ ਸੱਚਾਈ ਦੇ ਲੋਕ ਆਏ, ਉਸਨੇ ਵੀ ਉਹਨਾਂ ਤੋਂ ਮੰਗਿਆ। ਆਪਣੇ ਜੋ ਪ੍ਰੋਫਿਟਸ ਆਏ, ਜੋ ਆਪਣੇ ਨਬੀ ਆਏ, ਉਹਨਾਂ ਨੇ ਵੀ ਉਸੇ ਰੱਬ ਤੋਂ ਮੰਗਿਆ, ਤੇ ਆਪਾਂ ਵੀ ਉਸੇ ਰੱਬ ਤੋਂ ਮੰਗਦੇ ਹਾਂ। ਦੁਨੀਆ ਦੀ ਹਰ ਚੀਜ਼ ਉਹੀ ਰੱਬ ਤੋਂ ਮੰਗਦੀ ਹੈ। ਤੇ ਤਾਂ ਮੰਗਣਾ ਬਾਕੀ ਚੀਜ਼ਾਂ ਤੋਂ, ਕਿਸੇ ਬਾਬੇ ਤੋਂ ਮੰਗਣਾ, ਕਿਸੇ ਪੀਰ ਤੋਂ ਮੰਗਣਾ, ਕਿਸੇ ਦੇਵਤਾ ਤੋਂ ਮੰਗਣਾ, ਕਿਸੇ ਬੁੱਤ ਤੋਂ ਮੰਗਣਾ, ਕਿਸੇ ਪੱਥਰ ਤੋਂ ਮੰਗਣਾ, ਕਿਸੇ ਨਲਕੇ ਤੋਂ ਮੰਗਣਾ, ਤਾਂ ਆਪਾਂ ਕਿੰਨੀਆਂ ਹੀ ਚੀਜ਼ਾਂ ਬਣਾ ਲਈਆਂ ਦੁਨੀਆ ਵਿੱਚ ਜਿਨ੍ਹਾਂ ਤੋਂ ਆਪਾਂ ਮੰਗਦੇ ਹਾਂ। ਲੇਕਿਨ ਆਪਾਂ ਉਸ ਇੱਕ ਰੱਬ ਤੋਂ ਨਹੀਂ ਮੰਗਦੇ ਜਿਸ ਨੇ ਆਪਾਂ ਨੂੰ ਆਹ ਸੂਰਤ ਆਪ ਹੀ ਦਿੱਤੀ, ਕਿ ਆਪਾਂ ਨੂੰ ਇੰਸਟਰਕਸ਼ਨ ਦਿੱਤੀ ਹੈ ਕਿ ਅਸੀਂ ਤੇਤੋਂ ਹੀ ਮੰਗ ਰਹੇ ਹਾਂ। ਇਹ ਚੀਜ਼ ਵੀ ਉਹ ਆਪ ਹੀ ਦੱਸ ਰਿਹਾ ਹੈ ਕਿ ਆਪਾਂ ਨੇ ਮੰਗਣਾ ਕਿਸ ਤੋਂ ਹੈ। ਤਾਂ ਉਸਦੀ ਬੜੀ ਮਿਹਰਬਾਨੀ ਹੈ, ਜੋ ਅਰ-ਰਹਿਮਾਨ ਅਰ-ਰਹੀਮ, ਉਸਦੀ ਬੜੀ ਮਿਹਰਬਾਨੀ ਹੈ ਕਿ ਸਾਨੂੰ ਉਸਨੇ ਇਹ ਵੀ ਦੱਸਿਆ ਕਿ ਆਪਾਂ ਮੰਗਣਾ ਕਿਸ ਤੋਂ ਹੈ, ਤੇ ਇਹ ਵੀ ਦੱਸਿਆ ਕਿ ਇਬਾਦਤ ਕਿਸ ਦੀ ਕਰਨੀ ਹੈ। ਤਾਂ ਸਿਰਫ ਅੱਲਾਹ ਤਾਲਾ ਤੋਂ ਹੀ ਮੰਗਣਾ ਹੈ, ਔਰ ਦੁਨੀਆ ਦਾ ਵਿੱਚ ਇੱਕੋ ਹੀ ਰੱਬ ਹੈ, ਇੱਕ ਰੱਬ ਇੱਕੋ ਹੀ ਹੁੰਦਾ ਹੈ, ਔਰ ਉਹ ਤੋਂ ਹੀ ਮੰਗਣਾ ਹੈ। ਇਹ ਕਨਸੈਪਟ ਇੰਨਾ ਕਲੀਅਰ ਹੈ ਕਿ ਸਾਫ਼ ਸਮਝ ਆਉਂਦਾ ਹੈ ਕਿ ਦੁਨੀਆ ਦੀ ਜੋ ਹਰ ਚੀਜ਼ ਹੈ, ਉਹ ਇੱਕੋ ਹੀ ਰੱਬ ਦੀ ਮੁਹਤਾਜ ਹੈ, ਉਸੇ ਰੱਬ ਤੋਂ ਮੰਗਦੀ ਹੈ ਜਿਸ ਰੱਬ ਤੋਂ ਆਪਾਂ ਮੰਗਦੇ ਹਾਂ, ਤੇ ਉਹ ਵੀ ਉਹੀ ਰੱਬ ਦੀ ਮੁਹਤਾਜ ਹੈ ਜਿਸ ਦੇ ਆਪਾਂ ਮੁਹਤਾਜ ਹੈ। ਤੇ ਆਪਾਂ ਜਾ ਕੇ ਉਸਨੂੰ ਕਹੀਏ ਕਿ ਸਾਨੂੰ ਆਹ ਚੀਜ਼ ਦੇ ਦੇ, ਤਾਂ ਉਹ ਖੁਦ ਕਹੂਗੀ ਮੈਂ ਖੁਦ ਰੱਬ ਤੋਂ ਮੰਗਣੀ। ਇਹ ਬੰਦੇ, ਤੂੰ ਆਪਣੇ ਰੱਬ ਤੋਂ ਮੰਗ ਜਾ ਕੇ। ਤੇ ਜੇ ਆਪਾਂ ਵਸੀਲਾ ਵੀ ਪਾਣੇ ਹੈ ਕਿ ਉਸਦੇ ਥਰੂ ਮੰਗੀਏ, ਤਾਂ ਰੱਬ ਨੂੰ ਕਿਸੇ ਵਸੀਲੇ ਦੀ ਲੋੜ ਨਹੀਂ ਹੈ। ਰੱਬ ਨੂੰ ਆਪਾਂ ਸਿੱਧਾ ਕੰਟੈਕਟ ਕਰ ਸਕਦੇ ਹਾਂ। ਰੱਬ ਨੇ ਇੰਨਾ ਸਿਸਟਮ ਕੰਪਲੈਕਸ ਨਹੀਂ ਬਣਾਇਆ ਕਿ ਆਪਾਂ ਨੂੰ ਲੋਕਾਂ ਦੇ ਥਰੂ ਹੁੰਦੇ ਹੋਏ ਜਾ ਕੇ ਆਈਏ। ਇਹ ਤਾਂ ਦੁਨੀਆ ਦੀਆਂ ਗੱਲਾਂ ਨੇ, ਰੱਬ ਤਾਂ ਆਪਣੇ ਨਾਲ ਸਿੱਧਾ ਕੰਟੈਕਟ ਰੱਖਦਾ ਹੈ। ਤੇ ਇਸ ਦਾ ਮਤਲਬ ਜੋ ਹੈ ਇਯਾਕ ਨਅਬੁਦ व ਇਯਾਕ ਨਸਤਾਈਨ, ਇਹੀ ਹੈ ਕਿ ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਤੇ ਤੇਤੋਂ ਹੀ ਮੰਗਦੇ ਹਾਂ। ਇਹਦੀਨਾ ਸਿਰਾਤ ਅਲ ਮੁਸਤਕੀਮ,
ਸਾਨੂੰ ਸਿੱਧਾ ਰਾਹ ਵਿਖਾ। ਇਹਦਿਨ ਸਿਰਾਤਲ ਮੁਸਤਕੀਮ, ਸਿਰਾਤ ਮਤਲਬ ਰਾਸਤਾ, ਮੁਸਤਕੀਮ ਸਿੱਧਾ ਰਾਸਤਾ, ਸੱਚਾਈ ਦਾ ਰਾਸਤਾ, ਨੇਕ ਰਾਸਤਾ। ਅ ਉਹ ਅੱਗੇ ਰਾਸਤਾ ਕਿਹੜਾ ਹੈ? ਸਿਰਾਤ ਅਲਦੀਨਾ ਅਨਅਮਤ ਅਲੈਹਿਮ, ਉਹ ਰਾਸਤਾ ਉਹਨਾਂ ਲੋਕਾਂ ਦਾ ਰਾਹ ਜਿਨ੍ਹਾਂ ਨੂੰ ਤੂੰ ਇਨਾਮ ਬਖਸ਼ਿਆ। ਉਹ ਕਿਹੜੇ ਲੋਕ ਨੇ? ਜਿਨ੍ਹਾਂ ਨੂੰ ਮਕਸਦ ਸਮਝ ਆਇਆ, ਉਹਨਾਂ ਨੇ ਮਕਸਦ ਤੇ ਕੰਮ ਕੀਤਾ ਜਿੰਨਾ ਉਹਨਾਂ ਤੋਂ ਹੋ ਸਕਦਾ ਸੀ ਉਹਨਾਂ। ਜਿਨ੍ਹਾਂ ਨੇ ਇਹ ਮਕਸਦ ਤੇ ਕੰਮ ਕਰਿਆ, ਉਹਨਾਂ ਤੇ ਅੱਲਾਹ ਤਾਲਾ ਨੇ ਆਪਣਾ ਇਨਾਮ ਬਖਸ਼ਿਆ ਤੇ ਬਖਸ਼ਦਾ ਰਹੂਗਾ। ਤੇ ਅੱਲਾਹ ਤਾਲਾ ਸਭ ਤੋਂ ਜ਼ਿਆਦਾ ਇਨਾਮ ਦੇਣ ਵਾਲਾ ਹੈ। ਤੇ ਉਹ ਲੋਕ ਹੀ ਕਾਮਯਾਬ ਨੇ, ਉਹੀ ਲੋਕਾਂ ਨੂੰ ਅੱਲਾਹ ਤਾਲਾ ਦੀ ਕੁਰਬਤ ਯਾਨੀ ਕਿ ਕਰੀਬੀ ਔਰ ਅੱਲਾਹ ਤਾਲਾ ਦੀ ਜੰਨਤ, ਉਸਦਾ ਇਨਾਮ ਹਾਸਿਲ ਹੋਏਗਾ। ਔਰ ਇਹ ਵੀ ਇੱਕ ਈਮਾਨ ਦਾ ਹਿੱਸਾ ਹੈ ਕਿ ਆਪਾਂ ਆਪਣੇ ਦਿਲ 'ਚ ਇਹ ਰੱਖੀਏ ਕਿ ਸਾਨੂੰ ਜੰਨਤ ਵਿੱਚ ਜਾਣਾ ਹੈ ਔਰ ਜੰਨਤ ਆਪਣੇ ਲਈ ਹੀ ਬਣੀ ਹੈ। ਅੱਲਾਹ ਤਾਲਾ ਨੇ ਸਿਰਫ ਔਰ ਸਿਰਫ ਜੰਨਤ ਆਪਣੇ ਲਈ ਬਣਾਈ ਹੈ। ਔਰ ਜੰਨਤ ਉਹ ਜੋ ਚੀਜ਼ ਆਪਣੀ ਹੈ ਉਸਦੀ ਆਪਣੇ ਅੰਦਰ, ਦਿਲ ਦੇ ਅੰਦਰ ਯਕੀਨ ਰੱਖਣਾ, ਉਸਦੇ ਕ੍ਰਾਈਟੇਰੀਆ ਨੂੰ ਫੁੱਲ ਕਰਨਾ ਆਪਣੇ ਉੱਪਰ ਜ਼ਿੰਮੇਦਾਰੀ ਬਣਦੀ ਹੈ ਤਾਂ ਕਿ ਉਹ ਆਪਾਂ ਨੂੰ ਮਿਲ ਸਕੇ। ਜਿਸ ਤਰ੍ਹਾਂ ਆਪਾਂ ਇੱਕ ਸਕੂਲ ਦੇ ਵਿੱਚ ਐਡਮਿਸ਼ਨ ਲੈਂਦੇ ਹਾਂ ਔਰ ਆਪਣੀ ਜ਼ਿੰਮੇਦਾਰੀ ਇਹ ਹੁੰਦੀ ਹੈ ਕਿ ਫਲਾਂ ਡਿਗਰੀ ਜਾਂ ਕਾਲਜ ਦੇ ਵਿੱਚ ਡਿਗਰੀ ਲੈਣੀ ਹੈ ਕਿ ਫਲਾਂ ਮੈਨੂੰ ਡਿਗਰੀ ਮਿਲ ਜਾਏ। ਜੇ ਆਪਾਂ ਉਸ ਡਿਗਰੀ ਨੂੰ ਹਾਸਿਲ ਨਾ ਕਰੀਏ ਤਾਂ ਆਪਾਂ ਨੂੰ ਉਸ ਵਿੱਚ ਐਡਮਿਸ਼ਨ ਲੈਣ ਦਾ ਕੋਈ ਫਾਇਦਾ ਨਹੀਂ ਹੈ। ਤਾਂ ਉਸੇ ਤਰ੍ਹਾਂ ਜੋ ਜੰਨਤ ਹੈ ਆਪਣੀ ਉਹ ਡਿਗਰੀ ਹੈ ਜੋ ਆਪਾਂ ਨੇ ਹਾਸਿਲ ਕਰਨੀ ਹੈ, ਜੋ ਆਪਾਂ ਨੂੰ ਇੱਕ ਉਹ ਇੱਜ਼ਤ ਦੇਗੀ, ਜੋ ਆਪਾਂ ਨੂੰ ਹਮੇਸ਼ਾ ਹਮੇਸ਼ ਦੀ ਜੋ ਕਾਮਯਾਬੀ ਵਾਲੀ ਜੋ ਹਮੇਸ਼ਾ ਹਮੇਸ਼ ਦੀ ਆਰਾਮ ਵਾਲੀ ਜ਼ਿੰਦਗੀ ਹੈ, ਹਮੇਸ਼ਾ ਹਮੇਸ਼ ਦੀ ਸਕੂਨ ਵਾਲੀ ਜ਼ਿੰਦਗੀ ਹੈ ਆਪਾਂ ਨੂੰ ਮਿਲੂਗੀ। ਤੇ ਉਸ ਨੂੰ ਹੀ ਜੰਨਤ ਕਹਿੰਦੇ ਨੇ। ਜੰਨਤ ਮੰਗਣਾ ਇੱਕ ਈਮਾਨ ਦਾ ਹਿੱਸਾ ਹੈ। ਤਾਂ ਇਹੀ ਆਪਣਾ ਜੋ ਐਂਡ ਵਿੱਚ ਹਿੱਸਾ ਹੈ ਉਹ ਜੰਨਤ ਹੀ ਹੈ। ਤਾਂ ਉਹ ਰਾਸਤੇ ਤੇ ਹੀ ਆਪਾਂ ਨੇ ਚੱਲਣਾ ਹੈ, ਉਹਨਾਂ ਲੋਕਾਂ ਦਾ ਰਾਹ ਜਿਨ੍ਹਾਂ ਨੂੰ ਤੂੰ ਇਨਾਮ ਬਖਸ਼ਿਆ, ਜਿਹੜੇ ਉਹ ਇਸੀ ਰਾਸਤੇ ਉੱਪਰ ਚੱਲੇ। ਤੇ ਗੈਰਿਲ ਮਗਬੂਬ ਅਲੈਹਿਮ ਵਲੱਦਾਲੀਨ, ਜਿਹੜੇ ਕਰੋਪੀ ਦੇ ਭਾਗੀ ਨਹੀਂ ਬਣੇ, ਮਤਲਬ ਕਰੋਪੀ ਜਿਹੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਬਰਬਾਦ ਨਹੀਂ ਕੀਤਾ, ਜਿਨ੍ਹਾਂ ਨੇ ਆਪਣੇ ਉੱਪਰ ਜ਼ੁਲਮ ਨਹੀਂ ਕੀਤਾ, ਜਿਹੜੇ ਗਲਤ ਰਾਹ ਤੇ ਨਹੀਂ ਚੱਲੇ, ਜਿਨ੍ਹਾਂ ਨੂੰ ਤੈਨੇ ਨਾਮ ਬਖਸ਼ਿਆ ਔਰ ਗਲਤ ਰਾਹ ਤੇ ਨਹੀਂ ਚੱਲੇ। ਅਗਰ ਆਪਾਂ ਗਲਤ ਰਾਹ ਤੇ ਚੱਲਦੇ ਹਾਂ ਤਾਂ ਆਪਾਂ ਨੂੰ ਨੁਕਸਾਨ ਹੁੰਦਾ ਹੈ। ਆਪਾਂ ਜ਼ਹਿਰ ਖਾ ਲਈਏ ਤਾਂ ਆਪਾਂ ਮਰ ਜਾਵਾਂਗੇ। ਆਪਾਂ ਨਹਿਰ 'ਚ ਛਾਲ ਮਾਰੀਏ ਤਾਂ ਆਪਾਂ ਮਰ ਜਾਵਾਂਗੇ। ਜੇ ਆਪਾਂ ਹਰ ਇੱਕ ਚੀਜ਼ ਦਾ ਕੌਨਸੀਕੁਐਂਸਿਸ ਹੈ ਔਰ ਗਲਤ ਰਾਹ 'ਤੇ ਚੱਲਣ ਦਾ ਵੀ ਕੌਨਸੀਕੁਐਂਸਿਸ ਹੈ ਅਤੇ ਆਪਾਂ ਉਹ ਆਪਣੇ ਉੱਪਰ ਅਪਲਾਈ ਖੁਦ ਹੀ ਕਰ ਲਿਆ। ਅਤੇ ਇਸ ਵਿੱਚ ਇਹੀ ਦੁਆ ਮੰਗੀ ਗਈ ਹੈ ਕਿ ਉਹਨਾਂ ਲੋਕਾਂ ਦੇ ਰਾਸਤੇ ਤੋਂ ਬਚਾ ਜਿਹੜੇ ਲੋਕ ਇਹ ਰਾਸਤੇ ਦੇ ਭਾਗੀ ਬਣੇ, ਜੋ ਇਸ ਰਾਸਤੇ ਗਏ ਜਿੱਥੇ ਉਹਨਾਂ ਨੂੰ ਨੁਕਸਾਨ ਉਠਾਉਣਾ ਪਿਆ, ਅਤੇ ਜਿਹੜੇ ਭਟਕੇ ਹੋਏ ਨਹੀਂ ਹਨ, ਅਤੇ ਜਿਹੜੇ ਨਹੀਂ ਭਟਕੇ ਰਾਸਤੇ 'ਚ ਉਹਨਾਂ ਜਿਨ੍ਹਾਂ ਨੂੰ ਸ਼ੁਰੂ ਤੋਂ ਅੱਲਾਹ ਤਾਲਾ ਨੇ ਜਿੱਦਾਂ ਹਜ਼ਰਤ ਆਦਮ ਅਲੈਹਿਸਲਾਮ ਦੁਨੀਆ 'ਤੇ ਆਏ, ਨਾਲ ਹੀ ਉਹਨਾਂ ਨੂੰ ਇੱਕ ਮਕਸਦ ਦੇ ਕੇ ਭੇਜੇ ਔਰ ਇੱਕ ਰਾਹ ਦੇ ਕੇ ਭੇਜਿਆ, ਸਿਰਾਤੁਲ ਮੁਸਤਕੀਮ ਦੁਨੀਆ 'ਤੇ ਭੇਜਿਆ। ਔਰ ਉਸੇ ਰਾਸਤੇ 'ਤੇ ਜੋ ਲੋਕ ਚੱਲਦੇ ਰਹੇ ਉਹ ਕਾਮਯਾਬ ਨੇ, ਜਿਹੜੇ ਨਹੀਂ ਚੱਲੇ ਉਹ ਨਾਕਾਮਯਾਬ ਨੇ। ਔਰ ਇਸ ਦਾ ਕੋਈ ਮਤਲਬ ਨਹੀਂ ਕਿ ਜੇ ਅੱਲਾਹ ਤਾਲਾ ਦੇ ਰਾਹ ਤੋਂ ਬਚ ਕੇ ਆਪਾਂ ਕੋਈ ਐਸਾ ਰਾਹ ਇਖਤਿਆਰ ਕਰੀਏ ਜਿਸ ਦੇ ਵਿੱਚ ਆਪਾਂ ਖੁਦ ਕੋਈ ਨੇਕ ਕੰਮ ਕਰੀਏ ਔਰ ਖੁਦ ਆਪਣਾ ਇੱਕ ਸਿਸਟਮ ਆਫ ਜਸਟਿਸ ਬਣਾਈਏ, ਤਾਂ ਆਪਾਂ ਨਹੀਂ ਕਦੇ ਵੀ ਉਸ ਇੱਕ ਜਸਟਿਸ ਦਾ ਸਿਸਟਮ, ਜੋ ਨਿਆਂ ਦਾ ਸਿਸਟਮ ਹੈ, ਜੋ ਇਨਸਾਫ ਦਾ ਸਿਸਟਮ ਹੈ, ਆਪਾਂ ਇਸਟੈਬਲਿਸ਼ ਨਹੀਂ ਕਰ ਸਕਦੇ, ਕਿਉਂਕਿ ਆਪਾਂ ਅੱਲਾਹ ਉਨੀ ਹਿਕਮਤ ਨਹੀਂ ਰੱਖਦੇ ਜਿੰਨਾ ਅੱਲਾਹ ਤਾਲਾ ਉਹ ਹਿਕਮਤ ਰੱਖਦੇ। ਤੇ ਉਸ ਜੋ ਅੱਲਾਹ ਤਾਲਾ ਦੀ ਜ਼ਾਤ ਹੈ ਉਸਨੇ ਹੀ ਆਪਾਂ ਨੂੰ ਇਹ ਇੱਕ ਸਿਰਾਤੁਲ ਮੁਸਤਕੀਮ ਬਣਾ ਕੇ ਭੇਜਿਆ, ਤਾਂ ਕਿ ਆਪਾਂ ਇਸ ਨੂੰ ਫੋਲੋ ਕਰ ਸਕੀਏ ਔਰ ਬਲਾਈਂਡਲੀ ਫੋਲੋ ਕਰ ਸਕੀਏ। ਔਰ ਬਲਾਈਂਡਲੀ ਫੋਲੋ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਜੋ ਸੁਣਿਆ ਉਸ ਨੂੰ ਫੋਲੋ ਕਰਿਆ, ਬਲਕਿ ਇਹ ਕਿ ਜੇ ਆਪਾਂ ਨੇ ਦੇਖਿਆ ਕਿ ਇਹ ਉਸੇ ਰੱਬ ਦਾ ਫਰਮਾਨ ਹੈ ਤਾਂ ਆਪਾਂ ਨੇ ਉਸ ਨੂੰ ਬਲਾਈਂਡਲੀ ਫੋਲੋ ਕਰਨਾ ਹੈ। ਇਹ ਹੈ ਕਿ ਆਪਾਂ ਸਹੀ ਗੱਲ ਹੀ ਇੱਕ ਸਿਸਟਮ ਅੱਲਾਹ ਦੇ ਨਬੀ ਨੂੰ ਦਿੱਤਾ ਹੈ। ਆਪਾਂ ਜੋ ਪਿਛਲੀਆਂ ਕੌਮਾਂ ਨੂੰ ਇੰਨਾ ਇਸਟੇਬਲਿਸ਼ਡ ਸਿਸਟਮ ਨਹੀਂ ਦਿੱਤਾ ਜਿੰਨਾ ਆਪਣੀ ਅੱਲਾਹ ਦੇ ਨਬੀ ਦੀ ਜੋ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਕੌਮ ਨੂੰ ਇੱਕ ਸਿਸਟਮ ਦਿੱਤਾ ਹੈ। ਤਾਂ ਆਪਾਂ ਕੋਲ ਇੱਕ ਕਿਤਾਬ ਹੈ, ਕੁਰਾਨ ਹੈ ਔਰ ਹਦੀਸਾਂ ਨੇ। ਹਦੀਸਾਂ ਦੀਆਂ 6 ਕਿਤਾਬਾਂ ਨੇ ਔਰ ਉਸ ਤੋਂ ਇਲਾਵਾ ਵੀ ਕਿਤਾਬਾਂ ਨੇ ਜਿਨ੍ਹਾਂ ਵਿੱਚ ਸਹੀ ਹਦੀਸਾਂ ਨੇ। ਔਰ ਉਹ ਹਦੀਸ ਆਪਾਂ ਨੇ ਦੇਖਣਾ ਹੈ ਕਿ ਇਹ ਚੀਜ਼ ਕੁਰਾਨ ਤੋਂ ਹੈ ਔਰ ਇਹ ਚੀਜ਼ ਹਦੀਸ ਤੋਂ ਹੈ, ਔਰ ਦੱਸਣ ਵਾਲਾ ਸਹੀ ਦੱਸ ਰਿਹਾ ਹੈ, ਮੈਚ ਕਰ ਰਹੀ ਹੈ, ਤਾਂ ਆਪਾਂ ਨੇ ਉਸਨੂੰ ਬਲਾਈਂਡ ਵੀ ਫੋਲੋ ਕਰਨਾ ਹੈ। ਆਪਾਂ ਨੇ ਪੁੱਛਣਾ ਹੈਗਾ ਕਿ ਇਸ ਦਾ ਸਾਨੂੰ ਫਾਇਦਾ ਕੀ, ਕਿਉਂਕਿ ਫਾਇਦਾ ਤਾਂ ਹੈ ਹੀ ਇਵੈਂਚੁਅਲੀ, ਆਪਾਂ ਉਤਨਾ ਦਿਮਾਗ ਨਹੀਂ ਰੱਖਦੇ ਕਿ ਆਪਾਂ ਬਹੁਤ ਜਲਦੀ ਉਸਦਾ ਫਾਇਦਾ ਜਾਣ ਸਕੀਏ, ਆਪਾਂ ਨੂੰ ਫਾਇਦਾ ਬਾਅਦ ਵਿੱਚ ਪਤਾ ਚੱਲੇ, ਇਸ ਲਈ ਉਹਨੂੰ ਬਲਾਈਂਡਲੀ ਫੋਲੋ ਕਰਨ। ਅਤੇ ਕੁਛ ਚੀਜ਼ਾਂ ਨੇ ਜੋ ਆਪਾਂ ਨੇ ਲੌਜੀਕਲੀ ਫੋਲੋ ਕਰਨੀਆਂ ਨੇ ਔਰ ਉਹ ਆਪਾਂ ਨੇ
ਦੇਖਣਾ ਹੈ ਕਿ ਲੌਜੀਕਲੀ ਕਦੋਂ ਉਹਨੂੰ ਸਕੈਪਟਿਸਿਜ਼ਮ ਕਹਿੰਦੇ ਨੇ। ਉਹ ਤੱਤ ਦੇਖਣਾ ਕਿ ਇਹ ਕਿਤੇ ਤੌਹੀਦ ਦੇ ਖਿਲਾਫ ਤਾਂ ਨਹੀਂ, ਜਾਂ ਕਿਤੇ ਅੱਲਾ ਦੇ ਨਬੀ ਦੇ ਖਿਲਾਫ ਤਾਂ ਨਹੀਂ, ਤਾਂ ਉਸ ਚੀਜ਼ ਨੂੰ ਆਪਾਂ ਨੇ ਕੁਐਸਚਨ ਪੁੱਟ ਕਰਨਾ। ਤਾਂ ਉਸ ਰਾਸਤੇ ਤੋਂ ਜਿਹੜੇ ਭਟਕੇ ਹੋਏ ਨੇ ਉਹ ਰਾਸਤੇ ਤੋਂ ਬਚਣਾ, ਔਰ ਅੱਲਾ ਆਪਣੇ ਹੀ ਜੋ ਪਿਛਲੀਆਂ ਕੌਮਾਂ ਨੂੰ ਇਹ ਚੀਜ਼ ਨਹੀਂ ਦਿੱਤੀ ਰੱਬ ਨੇ, ਔਰ ਅੱਲਾਹ ਤਾਲਾ ਨੇ ਅੱਲਾ ਦੇ ਨਬੀ ਨੇ ਕਿਹਾ ਹੈ ਜੋ ਸੂਰਤ ਫਾਤਿਹਾ ਹੈ ਇਹ ਵੀ ਕਿਸੇ ਕੌਮ ਨੂੰ ਪਹਿਲਾਂ ਨਹੀਂ ਮਿਲੀ। ਮਤਲਬ ਨਾ ਕਿਸੇ ਕੌਮ ਜੋ 4 ਅਸਮਾਨੀ ਕਿਤਾਬਾਂ ਨੇ, ਤੌਰੈਤ, ਜ਼ਬੂਰ, ਇੰਜੀਲ, ਇਹਨਾਂ ਵਿੱਚੋਂ ਸਿਰਫ ਕੁਰਾਨ ਵਿੱਚ ਹੈ। ਜੋ ਪਿਛਲੀਆਂ ਕਿਤਾਬਾਂ ਨੇ, ਪਿਛਲੀਆਂ ਕੌਮਾਂ ਨੇ, ਉਹਨਾਂ ਨੂੰ ਸੂਰਤ ਅਲ ਫਾਤਿਹਾ ਨਹੀਂ ਮਿਲੀ, ਔਰ ਜਾਂ ਇਸ ਤਰ੍ਹਾਂ ਦੀ ਕੋਈ ਟੀਚਿੰਗਸ ਨਹੀਂ ਮਿਲੀ। ਉਹਨਾਂ ਨੂੰ ਸਿਰਫ ਸਿਰਾਤਲ ਮੁਸਤਕੀਮ ਦਿੱਤਾ, ਲੇਕਿਨ ਸੂਰਤ ਫਾਤਿਹਾ ਨਹੀਂ ਦਿੱਤੀ। ਇਹ ਆਪਾਂ ਨੂੰ ਅੱਲਾਹ ਤਾਲਾ ਦਾ ਇੱਕ ਗਿਫਟ ਹੈ, ਆਪਣਾ ਇੱਕ ਤੋਹਫਾ ਹੈ, ਇਨਾਮ ਹੈ। ਤੇ ਆਪਾਂ ਇਹ ਸੀ ਸੂਰਤ ਫਾਤਿਹਾ ਦਾ ਜੋ ਦਰਸ ਸੀ, ਮੈਨੇ ਕੋਸ਼ਿਸ਼ ਕਰੀ ਜਿੰਨੀ ਮੈਨੂੰ ਖੁਦ ਸਮਝ ਲੱਗਦੀ ਹੈ ਮੈਂ ਅੱਗੇ ਪੇਸ਼ ਕਰ ਸਕਾਂ। ਤੇ ਇਹ ਜੋ ਸੂਰਤ ਫਾਤਿਹਾ ਹੈ, ਇਹ 'ਚ ਆਪਾਂ ਐਂਡ 'ਚ ਆਮੀਨ ਕਹਿੰਦੇ ਹਾਂ। ਆਪਾਂ ਨੂੰ ਪਤਾ ਹੀ ਹੈ ਇੱਕ ਦੁਆ ਵੀ ਹੈ, ਅੱਲਾਹ ਤਾਲਾ ਦੀ ਤਾਰੀਫ ਵੀ ਹੈ ਔਰ ਦੁਆ ਵੀ ਹੈ, ਔਰ ਅੱਲਾਹ ਤਾਲਾ ਨੇ ਇਸ ਦੇ ਵਿੱਚ ਇੱਕ ਇੰਸਟਰਕਸ਼ਨ ਵੀ ਹੈ, ਇਯਾਕ ਨਅਬੁਦੁ व इय्याक नस्तईन। ਇਹ ਬੜੀ ਮਜ਼ਬੂਤ ਇੱਕ ਆਇਤ ਹੈ ਜੇ ਦੇਖਿਆ ਜਾਵੇ ਤਾਂ। ਇਹ ਇੱਕ ਬਹੁਤ ਸੋਹਣੀ ਆਪਾਂ ਨੂੰ ਇੱਕ ਅੱਲਾਹ ਤਾਲਾ ਨੇ ਦੁਆ ਵੀ ਦਿੱਤੀ ਹੈ, ਔਰ ਇੱਕ ਆਪਾਂ ਨੂੰ ਕੁਐਸਚਨ ਪੁੱਟ ਕਰਨ ਦਾ ਇੱਕ ਕ੍ਰਾਈਟੇਰੀਆ ਵੀ ਦਿੱਤਾ ਹੈ ਕਿ ਆਪਾਂ ਨੇ ਕੁਐਸਚਨ ਕਿਵੇਂ ਪੁੱਟ ਕਰਨਾ ਹੈ। ਤੇ ਇਸ ਦੇ ਜਵਾਬ ਵਿੱਚ ਪਹਿਲਾ ਜੋ ਆਪਣਾ ਕੁਰਾਨ ਦਾ ਚੈਪਟਰ ਹੈ, ਇਸ ਦੇ ਜਵਾਬ ਵਿੱਚ ਅੱਲਾਹ ਤਾਲਾ ਨੇ ਪੂਰਾ ਕੁਰਾਨ ਦਿੱਤਾ ਹੈ ਕਿ ਮੇਰੇ ਬੰਦੇ ਆਹ ਕਿਤਾਬ ਪੜ੍ਹ ਤਾਂ ਤੈਨੂੰ ਇਸ ਦਾ ਇਨਾਮ ਮਿਲੂਗਾ। ਤਾਂ ਆਪਾਂ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਆਪਾਂ ਨੂੰ ਕਿ ਜੋ ਸਿਰਾਤੁਲ ਮੁਸਤਕੀਮ ਤੇ ਚੱਲਣ ਦੀ ਤੌਫੀਕ ਅਤਾ ਫਰਮਾਵੇ। ਆਪਣੇ ਦਿਲ ਵਿੱਚ ਸੱਚੇ ਰਾਹ ਤੇ ਚੱਲਣ ਵਾਲਾ ਜੋ ਇੱਕ ਆਪਣੇ ਅੰਦਰ ਪੈਦਾ ਕਰੇ ਕਿ ਆਪਾਂ ਸੱਚੇ ਰਾਹ ਤੇ ਚੱਲੀਏ। ਤਾਂ ਅੱਲਾਹ ਤੋਂ ਦੁਆ ਮੰਗਦੇ ਕਿ ਕਹਿਣ ਸੁਣਨ ਤੋਂ ਜ਼ਿਆਦਾ ਆਪਾਂ ਦੇ ਉੱਪਰ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ। ਆਮੀਨ ਯਾ ਰੱਬਲ ਆਲਮੀਨ। ਸੌਂਦੁਕ